ਆਮ ਆਦਮੀ ਪਾਰਟੀ ਚ ਰਾਜੇਵਾਲ ਨੂੰ ਜਿਹੜਾ ਕਿ ਮੁੱਖ ਮੰਤਰੀ ਬਣਾਉਂਦੀ ਜਿਹੜੀ ਕਿ ਚਰਚਾ ਲਗਾਤਾਰ ਚੱਲ ਰਹੀ ਹੈ, ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ? ਪੱਤਰਕਾਰਾਂ ਨੇ ਰਾਜੇਵਾਲ ਸਾਹਿਬ ਨੂੰ ਪੁੱਛਿਆ ਕਿ ਰਾਜੇਵਾਲ ਸਾਹਿਬ ਤੁਸੀਂ ਫਿਰ ਮੁੱਖ ਮੰਤਰੀ ਬਣ ਰਹੇ ਹੋ। ਉਹ ਕਹਿੰਦੇ ਜੇ ਬਣਨਾ ਹੀ ਆ ਫਿਰ ਮੈਂ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਕਿਉਂ ਨਾ ਬਣਾ, ਮੁੱਖ ਮੰਤਰੀ ਕਾਹਦੇ ਵਾਸਤੇ? ਰਾਜੇਵਾਲ ਸਾਹਿਬ ਦਾ ਨਾਂ ਅੱਗੇ ਆ ਰਿਹਾ। ਉਧਰੋਂ ਗਰਾਹਾਂ ਸਾਹਿਬ ਨੇ ਵੀ ਕਹਿਤਾ ਜੇ ਕਿਸਾਨ ਚੋਣਾਂ ਲੜਨਾ ਚਾਹੁੰਦੇ ਨੇ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ। ਇਹਦਾ ਪਤਾ ਨਹੀਂ ਅਜੇ ਵੀ ਉਹ ਇਹਨਾਂ ਦਾ ਸੱਦਾ ਕਬੂਲ ਕਰਨਗੇ ਜਾਂ ਨਹੀਂ ਕਰਨਗੇ। ਆਮ ਆਦਮੀ ਪਾਰਟੀ ਇੰਨੀ ਕਨਫਿਊਜ਼ ਕਿਉਂ ਹੋ ਰਹੀ ਹੈ ਕਿ ਉਹ ਮੁੱਖ ਮੰਤਰੀ ਦਾ ਜਿਹੜਾ ਕਿ ਚਿਹਰਾ ਨਹੀਂ ਐਲਾਨ ਸਕੇ? ਇਹਨਾਂ ਅਹੁਦਿਆਂ ਨੂੰ ਚਲਾਉਣ ਵਾਸਤੇ ਵੱਡੇ ਤਜਰਬੇ ਚਾਹੀਦੇ ਨੇ। ਭਗਵੰਤ ਮਾਨ ਸਾਹਿਬ ਪੁਰਾਣੇ ਕਮੇਡੀਅਨ ਰਹੇ ਨੇ, ਵੱਧ ਤੋਂ ਵੱਧ ਲੋਕਾਂ ਨੂੰ ਖਿੱਚ ਸਕਦੇ ਆ, ਆਪਣੀ ਗੱਲ ਕਹਿ ਸਕਦੇ ਆ। ਇਹਨਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦਾ ਨੇਤਾ ਬਣਿਆ, ਉਹਨੂੰ ਇਹਨਾਂ ਨੇ ਹਟਾ ਦਿੱਤਾ, ਲੇਕਿਨ ਸੁਖਪਾਲ ਖਹਿਰੇ ਦੇ ਵਿੱਚ ਮੁੱਖ ਮੰਤਰੀ ਤੌਰ ਤੇ ਵਿਚਰਨ ਦਾ ਤਜਰਬਾ ਸੀ। ਘੱਟੋ ਘੱਟ ਜੇ ਹਰਵਿੰਦਰ ਸਿੰਘ ਫੂਲਕਾ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੰਦੇ, ਉਹ ਬੰਦਾ ਜਿਹੜਾ 1984 ਦੇ ਦੰਗਾ ਵਿਰੋਧੀਆਂ ਦੇ ਵਿੱਚ ਜਿਨ੍ਹਾਂ ਨੇ ਦੰਗਿਆਂ ਦੇ ਦੋਸ਼ ਲੱਗਦੇ ਆ ਉਹਨਾਂ ਦੇ ਕੇਸ ਲੜੇ ਨੇ, ਔਰ ਗੁਰਸਿੱਖ ਚਿਹਰਾ ਸੀ, ਨਿਰਵਿਵਾਦ ਚਿਹਰਾ ਸੀ, ਕਿਸੇ ਕਿਸਮ ਦਾ ਕੋਈ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਲੱਗਦਾ, ਤਾਂ ਮੇਰਾ ਖਿਆਲ ਆ ਪੰਜਾਬੀਆਂ ਨੇ ਉਹ ਚਿਹਰਾ ਅਪਣਾ ਲੈਣਾ ਸੀ। ਕਿਸਾਨ ਆਗੂ ਜਿਹੜੇ ਕਿ ਪੰਜਾਬ ਦੇ ਵਿੱਚ ਆਪਣੀ ਕਿਸਮਤ ਅਜਮਾਉਣ ਜਾ ਰਹੇ ਨੇ, ਜਿਸ ਤਰੀਕੇ ਨਾਲ ਕਿਸਾਨੀ ਸੰਘਰਸ਼ ਦੇ ਵਿੱਚ ਉਹਨਾਂ ਨੂੰ ਭਰਮਾ ਹੁੰਗਾਰਾ ਮਿਲਿਆ, ਹਰ ਇੱਕ ਵਰਗ ਦੇ ਵੱਲੋਂ ਸਾਥ ਮਿਲਿਆ, ਕਿ ਲੱਗਦਾ ਕਿ ਪੰਜਾਬ ਦੇ ਵਿੱਚ ਵੋਟਾਂ ਦੇ ਵਿੱਚ ਉਹਨਾਂ ਦਾ ਸਾਥ ਜਿਹੜਾ ਕਿ ਉਹਨੂੰ ਦਿੱਤਾ ਜਾਊਗਾ। ਲੋਕਾਂ ਦਾ ਕਿਸਾਨਾਂ ਪ੍ਰਤੀ ਰੁਝਾਨ ਹੈ। ਸਾਰੀਆਂ ਜਥੇਬੰਦੀਆਂ ਦਾ ਇੱਕ ਉਮੀਦਵਾਰ ਹੋਵੇ, ਜੇ ਤੁਸੀਂ 15 ਉਮੀਦਵਾਰ ਤੁਸੀਂ ਖੜੇ ਕਰਤੇ ਫਿਰ ਇਹ ਛਾਤਰ ਸਿਆਸਤਦਾਨਾਂ ਨੇ ਤੁਹਾਨੂੰ ਹਰਾ ਲੈਣਾ ਹੈ। ਅਦਰਵਾਈਜ਼ ਜਿਵੇਂ ਲੋਕ ਅੱਜ ਤੁਹਾਡੇ ਪਿੱਛੇ ਲੱਗੇ ਹੋਏ ਨੇ, ਤੁਹਾਡੇ ਇੱਕ ਸੱਦੇ ਦੇ ਉੱਤੇ ਲੱਖਾਂ ਦਾ ਇਕੱਠ ਹੋ ਜਾਂਦਾ ਹੈਗਾ, ਤਾਂ ਤੁਸੀਂ ਵੀ ਚੋਣਾਂ ਦੇ ਵਿੱਚ ਜਾ ਕੇ ਜਿਹੜਾ ਇਹ ਗੰਦ ਪਿਆ ਹੋਇਆ ਯੂਪੀ ਚੋਂ ਦੂਰ ਕਰੋ, ਬਾਅਦ ਦੇ ਵਿੱਚ 2024 ਦੇ ਵਿੱਚ ਫਿਰ ਦੇਸ਼ ਚੋਂ ਵੀ ਬਾਹਰ ਕੱਢੋ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੋੜ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਫ਼ਤੇ ਭਰ ਦੀਆਂ ਵੱਡੀਆਂ ਖਬਰਾਂ ਨੂੰ ਲੈ ਕੇ ਚਰਚਾ ਕਰਦੇ ਹਾਂ, ਤੇ ਇਹਨਾਂ ਖਬਰਾਂ ਤੇ ਤਿੱਖੀ ਨਜ਼ਰ ਰੱਖਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ, ਜੋ ਕਿ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਰੀਨਾ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਢਿੱਲੋਂ ਜੀ, ਜਿਵੇਂ ਕਿ ਪਤਾ ਕਿ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਵੱਡੀਆਂ ਖਬਰਾਂ ਤੇ ਜੋ ਕਿ ਹਫ਼ਤੇ ਭਰ ਦੀਆਂ ਹੁੰਦੀਆਂ ਨੇ ਉਸ ਤੇ ਚਰਚਾ ਕਰਦੇ ਹਾਂ। ਸੋ ਅਸੀਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ 'ਚ ਰਾਜੇਵਾਲ ਨੂੰ ਜਿਹੜਾ ਕਿ ਮੁੱਖ ਮੰਤਰੀ ਬਣਾਉਂਦੀ ਜਿਹੜੀ ਕਿ ਚਰਚਾ ਲਗਾਤਾਰ ਚੱਲ ਰਹੀ ਹੈ, ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਜਦੋਂ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ 'ਚ ਆਉਂਦੇ ਨੇ, ਹਰ ਵਾਰ ਰੇੜਕਾ ਉਹਨਾਂ ਦਾ ਮੁੱਖ ਮੰਤਰੀ ਦੀ ਗੱਲ ਤੇ ਪੈ ਜਾਂਦਾ ਹੈਗਾ ਜੀ। ਜਿਹੜੇ ਉਹਨਾਂ ਦੇ ਸੂਬਾ ਪ੍ਰਧਾਨ ਨੇ, ਜਦੋਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਤੋਂ ਮੁੱਖ ਮੰਤਰੀ ਦਾ ਉਮੀਦਵਾਰ ਪੁੱਛਿਆ ਜਾਂਦਾ ਕੇਜਰੀਵਾਲ ਸਾਹਿਬ ਤੋਂ, ਤਾਂ ਭਗਵੰਤ ਮਾਨ ਸਾਹਿਬ ਦਾ ਦਿਲ ਕੱਚਾ ਜਿਹਾ ਹੋਣ ਲੱਗ ਜਾਂਦਾ ਥੋੜ੍ਹਾ ਜਿਹਾ। ਤੇ ਵੀ ਉਹਨਾਂ ਦੇ ਸਾਹਮਣੇ ਜਿਵੇਂ ਕਿਸੇ ਨੇ ਕਿਹਾ, ਤਾਂ ਇੱਕ ਵੱਡੇ ਆਗੂ ਨੂੰ ਪੁੱਛਿਆ ਜਾ ਕੇ ਵੀ ਜੀ ਉਹ ਫਲਾਨਾ ਆ ਹੋ ਸਕਦਾ, ਕਹਿੰਦਾ ਗਾਲਬ ਸੇ ਪੁੱਛਦੇ ਹੋ, ਗਾਲਬ ਕੌਣ ਥਾ? ਸੋ ਉਦੋਂ ਵਿਚਾਰੇ ਉਹ ਥੋੜ੍ਹੇ ਜਿਹੇ ਨਿੰਮੋ ਝੂਨੇ ਜਿਹੇ ਹੋ ਜਾਂਦੇ ਨੇ। ਅਦਰਵਾਈਜ਼ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਦੇ ਵਿੱਚ ਪੰਜਾਬ ਦੇ ਵਿੱਚ ਭਗਵੰਤ ਮਾਨ ਦਾ ਬਹੁਤ ਵੱਡੀ ਭੂਮਿਕਾ ਹੈ ਜੀ। ਉਹਨਾਂ ਨੇ ਪਿੰਡ ਪਿੰਡ ਜਾ ਕੇ, ਸ਼ਹਿਰ ਸ਼ਹਿਰ ਜਾ ਕੇ ਇਹਨੂੰ ਪੱਕਾ ਕੀਤਾ। ਸੋ ਜਿਹੜੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਦਾ ਸੰਯੁਕਤ ਮੋਰਚਾ ਹੈ ਜੀ, ਉਹਨਾਂ ਨੂੰ ਜਦੋਂ ਇਹ ਪੁੱਛਿਆ ਜਾਂਦਾ ਕਿ ਤੁਸੀਂ ਚੋਣਾਂ ਲੜੋਗੇ, ਅੰਮ੍ਰਿਤਸਰ ਦੇ ਵਿੱਚ ਜਦੋਂ ਨਤਮਸਤਕ ਹੋਣ ਵਾਸਤੇ ਗਏ ਕਿਸਾਨ ਜਥੇਬੰਦੀਆਂ ਦੇ ਆਗੂ, ਤਾਂ ਪੱਤਰਕਾਰਾਂ ਨੇ ਰਾਜੇਵਾਲ ਸਾਹਿਬ ਨੂੰ ਪੁੱਛਿਆ ਕਿ ਰਾਜੇਵਾਲ ਸਾਹਿਬ ਤੁਸੀਂ ਫਿਰ ਮੁੱਖ ਮੰਤਰੀ ਬਣ ਰਹੇ ਹੋ। ਉਹ ਕਹਿੰਦੇ ਜੇ ਬਣਨਾ ਹੀ ਆ ਫਿਰ ਮੈਂ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਕਿਉਂ ਨਾ ਬਣਾ, ਮੁੱਖ ਮੰਤਰੀ ਕਾਹਦੇ ਵਾਸਤੇ ਹੈ? ਮੈਂ ਕਿਸੇ ਪ੍ਰਧਾਨ ਮੰਤਰੀ ਤੋਂ ਘੱਟ ਹੈ। ਸੋ ਆਮ ਆਦਮੀ ਪਾਰਟੀ ਚਿਹਰਾ ਲੱਭ ਰਹੀ ਹੈ ਕਿ ਉਹਨਾਂ ਨੂੰ ਕੋਈ ਢੁਕਵਾਂ ਚਿਹਰਾ ਮਿਲ ਜਾਵੇ, ਕਿਉਂਕਿ ਜਦੋਂ ਤੁਹਾਨੂੰ ਯਾਦ ਹੋਣਾ ਹੈ ਅਰਵਿੰਦ ਕੇਜਰੀਵਾਲ ਕਾਫੀ ਸਮਾਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਆਏ ਸਨ, ਤਾਂ ਉਹਨਾਂ ਤੋਂ ਪੁੱਛਿਆ ਗਿਆ ਸੀ ਜਦੋਂ ਕੁੰਵਰ ਵਿਜੇ ਪ੍ਰਤਾਪ ਨੂੰ ਉਹਨਾਂ ਨੇ ਜੁਆਇਨ ਕਰਾਇਆ ਵੀ ਤੁਹਾਡਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਜੀ। ਕੇਜਰੀਵਾਲ ਸਾਹਿਬ ਨੇ ਉਸ ਵੇਲੇ ਇੱਕ ਜਵਾਬ ਦਿੱਤਾ ਸੀ ਕਿ ਇੱਕ ਸਿੱਖ ਹੋਵੇਗਾ ਜਿਹਨੂੰ ਵਿਸ਼ਵ ਪੱਧਰ ਦੇ ਉੱਤੇ ਜਾਣਿਆ ਜਾਂਦਾ ਹੋਵੇਗਾ। ਉਦੋਂ ਬਹੁਤ ਸਾਰੇ ਲੋਕਾਂ ਦਾ ਧਿਆਨ ਗਿਆ ਕਿ ਸ਼ਾਇਦ ਪ੍ਰਗਟ ਸਿਉਣਾ ਹੋਵੇ, ਹਾਕੀ ਦਾ ਕਪਤਾਨ ਰਿਹਾ, 10 ਸਾਲ ਕਪਤਾਨੀ ਕੀਤੀ ਹਾਕੀ ਦੀ, ਤੇ ਵਿਸ਼ਵ ਪੱਧਰ ਤੇ ਵੀ ਨਾ ਆ, ਸਿੱਖ ਵੀ ਹੈ।
ਬਾਅਦ ਦੇ ਵਿੱਚ ਹੋਰ ਨਾਂ ਉੱਭਰ ਕੇ ਸਾਹਮਣੇ ਆਉਣ ਲੱਗੇ। ਇਹਨਾਂ ਨੇ ਕਾਫੀਆਂ ਤੇ ਡੋਰੇ ਪਾਏ। ਹੁਣ ਜਦੋਂ ਜੋਗਿੰਦਰ ਸਿੰਘ ਉਗਰਾਹਾਂ ਜਿਹੜੇ ਸਭ ਤੋਂ ਵੱਡੇ ਜਥੇਬੰਦੀ ਹੈ ਜਿਨ੍ਹਾਂ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਉਹਨਾਂ ਨੇ ਵੀ ਕਹਿਤਾ ਕਿ ਕਿਸਾਨ ਚੋਣਾਂ 'ਚ ਭਾਗ ਲੈ ਸਕਦੇ ਨੇ, ਕੋਈ ਮਾੜੀ ਗੱਲ ਨਹੀਂ ਜੇ ਕਿਸਾਨ ਵੀ ਰਾਜਨੀਤੀ 'ਚ ਆਉਣ। ਜੀ ਜਿਹੜੀਆਂ ਜੋਕਾਂ ਸਾਨੂੰ ਚਿੰਬੜੀਆਂ ਹੋਈਆਂ ਨੇ, ਜਿਨ੍ਹਾਂ ਤੋਂ ਇਹ ਦੇਸ਼ ਨੂੰ ਛਡਾਉਣਾ ਹੈ, ਇਹਨਾਂ ਦੇਸ਼ ਤੋਂ ਖਹਿੜਾ ਛਡਾਉਣਾ ਜਿਨ੍ਹਾਂ ਤੋਂ ਦੇਸ਼ ਦਾ, ਉਹਨਾਂ ਦੇ ਵਿੱਚ ਜੇ ਕਿਸਾਨ ਮੈਦਾਨ 'ਚ ਆ ਜਾਂਦੇ ਨੇ, ਕਿਉਂਕਿ ਅੱਜ ਤੱਕ ਕਿਸਾਨਾਂ ਨੇ ਆਪਣੇ ਮੋਰਚੇ ਦੇ ਵਿੱਚ ਕਿਸੇ ਕਿਸਮ ਦਾ ਕੋਈ ਸਵਾਲ ਨਹੀਂ ਉੱਠਣ ਦਿੱਤਾ। ਬਾਅਦ ਦੇ ਵਿੱਚ ਆ ਕੇ ਜ਼ਰੂਰ ਜਿਹੜੇ ਸਵਾਲ ਉੱਠੇ ਨੇ, ਭਾਵੇਂ ਡੱਲੇਵਾਲ ਸਾਹਿਬ ਨੇ ਜਾਂ ਰਾਜੇਵਾਲ ਸਾਹਿਬ ਨੇ, ਇਹ ਉੱਠਣੇ ਚਾਹੀਦੇ ਸੀ। ਜਿਵੇਂ ਉਹਨਾਂ ਨੇ ਸਿਰੜ ਦਿਖਾਇਆ ਉੱਥੇ, ਰਲ ਮਿਲ ਕੇ ਚੱਲੇ, ਮੇਰਾ ਖਿਆਲ ਹੈ ਇਹ ਸਟੇਜ ਦੇ ਉੱਤੇ ਵੀ ਉਹਨਾਂ ਨੂੰ ਜੇ ਕੋਈ ਮਤਭੇਦ ਵਿਚਾਰਕ ਤੌਰ ਤੇ ਹੈ ਤਾਂ ਨਿਬੇੜ ਲੈਣਾ ਚਾਹੀਦਾ ਹੈ। ਚਰਚਾ ਬਹੁਤ ਵੱਡੇ ਪੱਧਰ ਤੇ ਚੱਲੀ ਹੈ ਕਿ ਅਰਵਿੰਦ ਕੇਜਰੀਵਾਲ ਹੋਰੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਬਲਵੀਰ ਸਿੰਘ ਰਾਜੇਵਾਲ ਨੇ ਇਸ ਵੇਲੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸਭ ਤੋਂ ਤਜਰਬੇਕਾਰ ਜੇ ਕੋਈ ਆਗੂ ਹੈ ਤਾਂ ਉਹ ਬਲਵੀਰ ਸਿੰਘ ਰਾਜੇਵਾਲ ਹੈ। ਇਹਨਾਂ ਕਾਨੂੰਨਾਂ ਦੀ ਡੂੰਘਾਈ ਤੱਕ ਜਿੰਨਾ ਕੁਝ ਬਲਵੀਰ ਸਿੰਘ ਰਾਜੇਵਾਲ ਨੂੰ ਪਤਾ ਹੋਰ ਕਿਸੇ ਨੂੰ ਨਹੀਂ ਪਤਾ। ਇਹਨਾਂ ਕਾਨੂੰਨਾਂ ਦੇ ਬਣਨ ਤੋਂ ਪਹਿਲਾਂ ਫਰਵਰੀ 2020 ਦੇ ਵਿੱਚ, ਉਦੋਂ ਵੀ ਪਹਿਲਾਂ, ਉਹ ਜਿਹੜੀ ਕੌਮੀ ਪੱਧਰ ਦੇ ਉੱਤੇ ਖੇਤੀ ਦੀ ਨੀਤੀ ਆਯੋਗ ਹੈ ਇਹਨਾਂ ਦਾ, ਉਹਦੇ ਮੈਂਬਰ ਵੀ ਨੇ। ਰਾਜਸਥਾਨ ਤੋਂ ਵੀ ਇੱਕ ਮੈਂਬਰ ਨੇ। ਸੋ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਮਨਸੂਬਿਆਂ ਦਾ ਜੇ ਪਰਦਾ ਪਾਸ਼ ਕੀਤਾ ਸੀ ਤਾਂ ਸਰਬ ਪਾਰਟੀ ਮੀਟਿੰਗ ਫਰਵਰੀ 2020 ਦੇ ਵਿੱਚ ਬੁਲਾ ਕੇ ਇਹਨਾਂ ਸਰਦਾਰ ਬਲਵੀਰ ਸਿੰਘ ਰਾਜੇਵਾਲ ਨੇ ਕੀਤਾ ਸੀ। ਉਹਨਾਂ ਨੂੰ ਇਹਦੇ ਬਾਰੇ ਬਹੁਤ ਗੰਭੀਰਤਾ ਦੇ ਨਾਲ ਤੇ ਬਹੁਤ ਡੂੰਘਾਈ ਨਾਲ ਪਤਾ ਹੈ। ਸੋ ਇਸ ਸਟੇਜ ਦੇ ਉੱਤੇ ਜਿਹੜਾ ਰਾਜੇਵਾਲ ਸਾਹਿਬ ਦਾ ਨਾਂ ਅੱਗੇ ਆ ਰਿਹਾ, ਉਧਰੋਂ ਉਗਰਾਹਾਂ ਸਾਹਿਬ ਨੇ ਵੀ ਕਹਿਤਾ ਜੇ ਕਿਸਾਨ ਚੋਣਾਂ ਲੜਨਾ ਚਾਹੁੰਦੇ ਨੇ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ। ਇਹਦਾ ਪਤਾ ਨਹੀਂ ਅਜੇ ਵੀ ਉਹ ਇਹਨਾਂ ਦਾ ਸੱਦਾ ਕਬੂਲ ਕਰਨਗੇ ਜਾਂ ਨਹੀਂ ਕਰਨਗੇ, ਕਿਉਂਕਿ ਅਕਸਰ ਰਾਜੇਵਾਲ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਮੇਰਾ 50 ਸਾਲ ਦਾ ਜਿਹੜਾ ਤਜਰਬਾ, ਜਿਹੜੀ ਮੈਂ ਤਪੱਸਿਆ ਕੀਤੀ ਆ ਕਿਸਾਨਾਂ ਵਾਸਤੇ, ਉਹ ਦਾਅ ਤੇ ਲੱਗ ਸਕਦੀ ਹੈ। ਸੋ ਮੈਂ ਇਹਨੂੰ ਕਿਸਾਨ ਆਗੂ ਦੇ ਤੌਰ ਤੇ ਹੀ ਰਹਿਣ ਦਿਓ ਤੇ ਕਿਸਾਨ ਦੇ ਤੌਰ ਤੇ ਹੀ ਕੰਮ ਕਰਾਂ। ਇਹ ਤਾਂ ਪਤਾ ਨਹੀਂ ਅਗਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਨਾਲ ਕੋਈ ਤੈਅ ਬਹਿੰਦੀ ਹੈ, ਇਹਦਾ ਸਪਸ਼ਟੀਕਰਨ ਜਿਨ੍ਹਾਂ ਹੁਣ ਤੱਕ ਰਾਜੇਵਾਲ ਸਾਹਿਬ ਨੇ ਦਿੱਤਾ ਉਸ 'ਚੋਂ ਤਾਂ ਲੱਗਦਾ ਹੈ ਕਿ ਰਾਜੇਵਾਲ ਸਾਹਿਬ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਨਗੇ, ਪਰ ਸਿਆਸਤ ਦੇ ਵਿੱਚ ਕੁਝ ਵੀ ਪੋਸੀਬਲ ਹੁੰਦਾ ਹੈ। ਪਤਾ ਨਹੀਂ ਕਿਹੜੇ ਮੋੜ ਤੇ ਜਾ ਕੇ ਕਿਹੜਾ ਤਰ੍ਹਾਂ ਦਾ ਰੰਗ ਬਣ ਜਾਵੇ ਤਾਂ ਉਸ ਸਟੇਜ ਦੇ ਵਿੱਚ ਰਾਜੇਵਾਲ ਸਾਹਿਬ ਨੂੰ ਜਾਂ ਸਾਰੀਆਂ ਕਿਸਾਨ ਜਥੇਬੰਦੀਆਂ ਇਹ ਐਲਾਨ ਕਰਦੇ ਨੇ ਕਿ ਹਾਂ ਅਸੀਂ, ਜਿਵੇਂ ਚੜੂਨੀ ਸਾਹਿਬ ਨੇ ਆਪਣੀ ਪਾਰਟੀ ਬਣਾ ਕੇ ਜਿਹੜਾ ਹੈਗਾ ਚੋਣ ਲੜਨ ਦਾ ਐਲਾਨ ਕੀਤਾ ਗਿਆ। ਪਤਾ ਨਹੀਂ ਅਗਲੇ ਦਿਨਾਂ ਦੇ ਵਿੱਚ ਜਦੋਂ ਇਹਨਾਂ ਦੀ ਸਾਂਝੀ ਬੈਠਕ ਹੋਵੇਗੀ, ਉਹਦੇ ਵਿੱਚ ਹੋ ਸਕਦਾ ਹੈ ਕਿ ਕਿਸਾਨ ਆਜ਼ਾਦ ਤੌਰ ਤੇ ਹੀ ਆਪਣੀ ਪਾਰਟੀ ਬਣਾ ਕੇ ਚੋਣਾਂ ਦਾ ਬਿਗਲ ਵਜਾ ਦੇਣ। ਜੀ ਢਿੱਲੋਂ ਜੀ, ਆਮ ਆਦਮੀ ਪਾਰਟੀ ਦੀ ਗੱਲ ਚੱਲੀ ਹੈ, ਇੱਥੇ ਸਵਾਲ ਇਹ ਖੜਾ ਹੁੰਦਾ ਕਿ ਆਮ ਆਦਮੀ ਪਾਰਟੀ ਇੰਨੀ ਕਨਫਿਊਜ਼ ਕਿਉਂ ਹੋ ਰਹੀ ਹੈ ਕਿ ਉਹ ਮੁੱਖ ਮੰਤਰੀ ਦਾ ਜਿਹੜਾ ਕਿ ਚਿਹਰਾ ਨਹੀਂ ਐਲਾਨ ਸਕੇ? ਕਿਉਂਕਿ ਜੇਕਰ ਪਿਛਲੀਆਂ ਉਹਨਾਂ ਦੀਆਂ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਉਹ ਵੀ ਇਹ ਗੱਲ ਨੂੰ ਮੰਨਦੇ ਨੇ ਕਿ ਜਿਹੜੀ ਕਿ ਉਹਨਾਂ ਦੀ ਹਾਰ ਹੋਈ ਹੈ ਤਾਂ ਸ਼ਾਇਦ ਵੀ ਮੁੱਖ ਮੰਤਰੀ ਦਾ ਚਿਹਰਾ ਨਾ ਹੋਣ ਕਰਕੇ ਉਹਨਾਂ ਨੂੰ ਜਿਹੜੀ ਕਿ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਇਸ ਵਾਰ ਲਗਾਤਾਰ ਚਰਚਾਵਾਂ ਦੇ ਵਿੱਚ ਜਿਹੜਾ ਕਿ ਭਗਵੰਤ ਮਾਨ ਨੇ ਉਹ ਵੀ ਕਾਫੀ ਅੱਗੇ ਚੱਲ ਰਹੇ ਨੇ ਕਿ ਭਗਵੰਤ ਮਾਨ ਨੂੰ, ਕਿਉਂਕਿ ਲੋਕਾਂ ਦੀ ਡਿਮਾਂਡ ਹੈ ਕਿ ਭਗਵੰਤ ਮਾਨ ਨੂੰ ਬਣਾਇਆ ਜਾਵੇ, ਕਿਉਂਕਿ ਜਿਹੜੇ ਭਗਵੰਤ ਮਾਨ ਨੂੰ ਚਾਹੁਣ ਵਾਲੇ ਨੇ ਉਹ ਲੋਕ ਚਾਹੁੰਦੇ ਨੇ ਕਿ ਮੁੱਖ ਮੰਤਰੀ ਉਹਨਾਂ ਨੂੰ ਬਣਾਇਆ ਜਾਵੇ। ਫਿਰ ਕਿਉਂ ਨਹੀਂ ਜਿਹੜੀ ਕਿ ਆਮ ਆਦਮੀ ਪਾਰਟੀ ਡਿਸੀਜਨ ਲੈ ਸਕੀ? ਰੀਨਾ, ਜਦੋਂ 14 ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਬਣੇ, ਉਦੋਂ ਵੀ ਲੋਕਾਂ ਨੇ ਉਹਨਾਂ ਤੇ ਤੰਜ ਕੱਸਿਆ ਵੀ ਜਿਹਨੂੰ ਘਰ ਨਹੀਂ ਚਲਾਉਣਾ ਆਉਂਦਾ ਉਹਨੂੰ ਦੇਸ਼ ਚਲਾਉਣ ਵਾਸਤੇ ਫੜਾਤਾ। ਮੁੱਖ ਮੰਤਰੀ ਹੋਵੇ ਜਾਂ ਪ੍ਰਧਾਨ ਮੰਤਰੀ ਹੋਵੇ, ਇਹਨਾਂ ਅਹੁਦਿਆਂ ਦਾ ਕੋਈ ਮਾਨ ਤਾਨ ਹੈ। ਇਹਨਾਂ ਅਹੁਦਿਆਂ ਨੂੰ ਚਲਾਉਣ ਵਾਸਤੇ ਵੱਡੇ ਤਜਰਬੇ ਚਾਹੀਦੇ ਨੇ, ਵੱਡੇ ਫੈਸਲੇ ਲੈਣੇ ਹੁੰਦੇ ਨੇ, ਤਾਂ ਉਹਦੇ ਵਾਸਤੇ ਕੋਈ ਵੀ ਆਗੂ ਜਿਹੜਾ ਉਸ ਲੈਵਲ ਤੱਕ ਜਾਵੇ, ਉਹਦਾ ਦੂਰਅੰਦੇਸ਼ੀ, ਉਹਦੀ ਸੋਚਣ ਸ਼ਕਤੀ, ਉਹਦਾ ਸਾਰਾ ਕੁਝ ਬਹੁਤ ਵੱਡਾ ਹੋਣਾ ਚਾਹੀਦਾ। ਭਗਵੰਤ ਮਾਨ ਸਾਹਿਬ ਪੁਰਾਣੇ ਕਮੇਡੀਅਨ ਰਹੇ ਨੇ, ਵੱਧ ਤੋਂ ਵੱਧ ਲੋਕਾਂ ਨੂੰ ਖਿੱਚ ਸਕਦੇ ਹੈ, ਆਪਣੀ ਗੱਲ ਕਹਿ ਸਕਦੇ ਹੈ, ਪਰ ਜਿਹੜਾ ਮੁੱਖ ਮੰਤਰੀ ਵਾਸਤੇ ਤਜਰਬਾ ਹੋਣਾ ਚਾਹੀਦਾ, ਉਹਦੇ ਵਾਸਤੇ ਉਹਨਾਂ ਨੂੰ ਅਜੇ ਹੋਰ ਸਖਤ ਮਿਹਨਤ ਕਰਨ ਦੀ ਜ਼ਰੂਰਤ ਹੈ। ਆਮ ਆਦਮੀ ਪਾਰਟੀ ਨੇ ਪਹਿਲਾਂ ਵੀ ਜਿਹੜਾ ਸਾਰੀ ਬਾਗਡੋਰ ਦਿੱਲੀ ਵਾਲਿਆਂ ਦੇ ਹਵਾਲੇ ਕਰੀ ਰੱਖੀ,
ਪੰਜਾਬ ਦੇ ਵਿੱਚੋਂ ਕਿਸੇ ਨੇਤਾ ਨੂੰ ਉੱਭਰਨ ਨਹੀਂ ਦਿੱਤਾ। ਇਹਨਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦਾ ਨੇਤਾ ਬਣਿਆ ਜੀ, ਉਹਨੂੰ ਇਹਨਾਂ ਨੇ ਹਟਾ ਦਿੱਤਾ, ਲੇਕਿਨ ਸੁਖਪਾਲ ਖਹਿਰੇ ਦੇ ਵਿੱਚ ਮੁੱਖ ਮੰਤਰੀ ਤੌਰ ਤੇ ਵਿਚਰਨ ਦਾ ਤਜਰਬਾ ਸੀ ਜੀ। ਸੋ ਇਹਨਾਂ ਦੇ ਨਾਲ 4 ਬੰਦੇ ਮੈਂਬਰ ਪਾਰਲੀਮੈਂਟ ਬਣੇ 14 ਚ। ਹੁਣ ਕਿੰਨੇ ਨੇ? 2017 ਦੇ ਵਿੱਚ ਇਹਨਾਂ ਦੇ 20 ਵਿਧਾਇਕ ਬਣੇ ਜੀ। ਅੱਜ ਅੱਧ ਤੋਂ ਵੀ ਗਿਣਤੀ ਘੱਟ ਆ ਗਈ ਆ। ਇਹ ਤਾਂ ਨਾਂ ਨੂੰ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਦਾ ਨੇਤਾ, ਜੇ ਅੱਜ ਉਹਦੀ ਚੋਣ ਕਰਾ ਲਈ ਜਾਵੇ ਤਾਂ ਵਿਰੋਧੀ ਧਿਰ ਦੇ ਵਿੱਚ ਅਕਾਲੀ ਦਲ ਦਾ ਬਿਕਰਮ ਸਿੰਘ ਮਜੀਠੀਆ ਬਣ ਸਕਦਾ ਦੁਬਾਰਾ, ਕਿਉਂਕਿ ਇਹਨਾਂ ਕੋਲ ਤਾਂ ਬੰਦੇ ਰਹਿ ਗਏ 9, ਅਕਾਲੀ ਦਲ ਕੋਲ ਤਾਂ 15-16 ਹੈਗੇ ਨੇ। ਸੋ ਇਸ ਕਰਕੇ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਇਹ ਉਸ ਤਰ੍ਹਾਂ ਐਲਾਨ ਨਹੀਂ ਕਰ ਸਕੇ, ਜਥੇਬੰਦਕ ਢਾਂਚਾ ਵੀ ਅਜੇ ਉਸ ਤਰ੍ਹਾਂ ਦਾ ਨਹੀਂ ਬਣਾ ਸਕੇ। ਕੇਜਰੀਵਾਲ ਸਾਹਿਬ ਨੇ ਸਾਰਾ ਦੇਸ਼ ਸਾਂਭਣ ਦਾ ਯਤਨ ਕੀਤਾ। 2014 ਦੇ ਵਿੱਚ ਜਦੋਂ ਉਹਨਾਂ ਨੂੰ ਲੱਗਦਾ ਸੀ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਉਭਾਰ ਆਇਆ ਜੀ, ਜਦੋਂ ਲੋਕ ਸਭਾ ਦੀਆਂ ਚੋਣਾਂ ਆਈਆਂ ਤਾਂ ਪੰਜਾਬ ਨੂੰ ਛੱਡ ਕੇ ਕੇਜਰੀਵਾਲ ਸਾਹਿਬ ਵਾਰਾਣਸੀ ਨਰਿੰਦਰ ਮੋਦੀ ਦੇ ਮੁਕਾਬਲੇ ਲੜਨ ਵਾਸਤੇ ਜਾ ਤੁਰੇ। ਜਦੋਂ ਤੁਸੀਂ ਸਾਰੀ ਚੀਜ਼ ਨੂੰ ਇਕੱਠਾ ਜੱਫਾ ਮਾਰੋਗੇ ਤਾਂ ਫਿਰ ਉਹ ਜੱਫਾ ਵੱਜਦਾ ਨਹੀਂ ਹੁੰਦਾ। ਚੰਗਾ ਉਹੀ ਕਹਿੰਦੇ ਨੇ ਵੀ ਚਾਦਰ ਦੇਖ ਕੇ ਪੈਰ ਪਸਾਰੋ। ਤਾਂ ਜੇ ਦਿੱਲੀ ਦੇ ਨਾਲ ਹਰਿਆਣਾ ਵੀ ਇਹਨਾਂ ਦੇ ਵੱਸ 'ਚ ਨਹੀਂ ਆਇਆ, ਪੰਜਾਬ ਦੇ ਵਿੱਚ ਇੱਕ ਵੱਡਾ ਉਭਾਰ ਆਇਆ ਸੀ। ਜਿੰਨੀ ਮਿਹਨਤ ਕੇਜਰੀਵਾਲ ਸਾਹਿਬ ਨੇ ਇੱਥੋਂ ਜਾ ਕੇ ਬਾਹਰੋਂ ਕੀਤੀ ਹੈ, ਇਹੀ ਜੇ ਪੰਜਾਬ ਦੇ ਵਿੱਚ ਕੀਤੀ ਹੁੰਦੀ ਤਾਂ ਮੈਂ ਸਮਝਦਾ ਕਿ 2017 ਦੇ ਵਿੱਚ ਪੰਜਾਬ ਦੇ ਵਿੱਚ ਇੱਕ ਚੰਗਾ ਜਿਹੜਾ ਪ੍ਰਦਰਸ਼ਨ ਸੀ ਉਹ ਦਿਖਾ ਸਕਦੇ ਸੀ। ਲੋਕਾਂ ਨੇ ਕੋਈ ਕਸਰ ਨਹੀਂ ਛੱਡੀ, ਪਰ ਇਹਨਾਂ ਨੇ ਪੰਜਾਬੀ ਕਲਚਰ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ। ਜੇ ਪੰਜਾਬੀ ਸੱਭਿਆਚਾਰ ਇਹਨਾਂ ਨੇ ਸਮਝਿਆ ਹੁੰਦਾ, ਪੰਜਾਬੀਆਂ ਨੂੰ ਅੱਗੇ ਲਾਇਆ ਹੁੰਦਾ, ਘੱਟੋ ਘੱਟ ਜੇ ਹਰਵਿੰਦਰ ਸਿੰਘ ਫੂਲਕਾ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੰਦੇ, ਉਹ ਬੰਦਾ ਜਿਹੜਾ 1984 ਦੇ ਦੰਗਾ ਵਿਰੋਧੀਆਂ ਦੇ ਵਿੱਚ ਜਿਨ੍ਹਾਂ ਨੇ ਦੰਗਿਆਂ ਦੇ ਦੋਸ਼ ਲੱਗਦੇ ਆ ਉਹਨਾਂ ਦੇ ਕੇਸ ਲੜੇ ਨੇ, ਔਰ ਗੁਰਸਿੱਖ ਚਿਹਰਾ ਸੀ, ਨਿਰਵਿਵਾਦ ਚਿਹਰਾ ਸੀ, ਕਿਸੇ ਕਿਸਮ ਦਾ ਕੋਈ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਲੱਗਦਾ, ਤਾਂ ਮੇਰਾ ਖਿਆਲ ਆ ਪੰਜਾਬੀਆਂ ਨੇ ਉਹ ਚਿਹਰਾ ਅਪਣਾ ਲੈਣਾ ਸੀ। ਸੋ ਉਦੋਂ ਵੀ ਇਹ ਖੁੰਝ ਗਏ, ਹੁਣ ਵੀ ਜੇ ਖੁੰਝ ਗਏ ਫਿਰ ਵਕਤੋਂ ਖੁੰਝੀ ਡੂਮਣੀ ਗਾਵੇ ਅਲਪਤਾਲ ਵਾਲੀ ਗੱਲ ਬਣ ਜਾਵੇਗੀ। ਇਸ ਕਰਕੇ ਸਮੇਂ ਦੇ ਵੇਲੇ ਦੇ ਜਿਵੇਂ ਕਹਿੰਦੇ ਆ ਵੇਲੇ ਦੇ ਕਵੇਲੇ ਦੀਆਂ ਟੱਕਰਾਂ, ਵੇਲੇ ਦੇ ਰਾਗ ਕਵੇਲੇ ਦੀਆਂ ਟੱਕਰਾਂ। ਸੋ ਜੇ ਰਾਗ ਇਹਨਾਂ ਨੇ ਅਲਾਪਣਾ ਤਾਂ ਵੇਲੇ 'ਚ ਅਪਣਾ ਲੈਣਾ। ਜੀ ਢਿੱਲੋਂ ਜੀ, ਸਿਆਸੀ ਪਾਰਟੀਆਂ ਵੱਲੋਂ ਹਮੇਸ਼ਾ ਹੀ ਮੁੱਦਾ ਚੁੱਕਿਆ ਜਾਂਦਾ, ਬੇਅਦਬੀ ਦਾ ਮੁੱਦਾ ਚੁੱਕਿਆ ਜਾਂਦਾ, ਰੇਤ ਮਾਫੀ ਨੂੰ ਲੈ ਕੇ ਮੁੱਦਾ ਚੁੱਕਿਆ ਜਾਂਦਾ, ਤੇ ਹੁਣ ਵੀ ਜਿਹੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਜਿਹੜੇ ਇਹਨਾਂ ਦੇ ਖਿਲਾਫ ਜਿਹੜੇ ਸਾਜ਼ਿਸ਼ਾਂ ਘੜਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਕਿ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਕੀ ਲੱਗਦਾ ਹੈ ਕਿ ਵੋਟਾਂ ਨੇੜੇ ਆ ਕੇ ਤਾਂ ਵੱਡੇ ਵੱਡੇ ਮੁੱਦਿਆਂ ਤੇ ਜਿਹੜੀਆਂ ਇਹ ਸਿਆਸਤਦਾਨ ਹੁੰਦੇ ਨੇ ਗੱਲਾਂ ਤਾਂ ਬਹੁਤ ਕੀਤੀਆਂ ਜਾਂਦੀਆਂ ਨੇ, ਪਰ ਜਿਵੇਂ ਹੀ ਚੋਣ ਜਿਹੜੇ ਕਿ ਵੋਟਾਂ ਲੰਘ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਇਹ ਵਾਅਦੇ ਹੁੰਦੇ ਨੇ, ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਨੇ, ਇਹ ਕਿਤੇ ਨਾ ਕਿਤੇ ਖੰਭ ਲਾ ਕੇ ਉੱਡ ਜਾਂਦੇ ਨੇ। ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਮੈਂ ਅਕਸਰ ਕਹਿਣਾ ਹੁੰਦਾ ਕਿ ਜੋ ਵਾਅਦੇ ਕਰਦੇ ਆ ਉਹ ਬਾਅਦ ਦੇ ਵਿੱਚ ਅੱਕਾਂ ਦੇ ਭੰਬੂਆਂ ਵਾਂਗੂ ਨਾ ਉੱਡਣ, ਉਹ ਵਾਅਦੇ ਦੇ ਵਾਅਦੇ ਰਹਿਣ। ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਦੁਰਗਤੀ ਕੀਤੀ ਹੈ ਇਹਨਾਂ ਨੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਹੈ। ਅੱਜ ਇਹਨਾਂ ਦਾ ਇੱਕ ਆਗੂ ਕਹਿ ਰਿਹਾ ਸੀ, ਅਸੀਂ ਅਕਾਲ ਤਖਤ ਤੇ ਜਾ ਕੇ ਕਹਿਤਾ ਇੱਕ ਚੈਨਲ ਦੇ ਉੱਤੇ ਕਿ ਜਿਨ੍ਹਾਂ ਨੇ ਬੇਅਦਬੀ ਕਰਾਈ ਹੈ, ਜਿਨ੍ਹਾਂ ਨੇ ਕੀਤੀ ਆ, ਉਹਨਾਂ ਦਾ ਕੱਖ ਨਾ ਰਹੇ। ਮੇਰੇ ਖਿਆਲ ਉਹਨਾਂ ਦੀ ਭਾਖਿਆ ਆਪੇ ਹੀ ਪੂਰੀ ਹੋ ਰਹੀ ਹੈ, ਗੁਰੂ ਸਾਹਿਬ ਕਰ ਰਹੇ ਨੇਗੇ। ਜੀ ਬਿਲਕੁਲ। ਸੋ ਉਹਨਾਂ ਨੇ 2.5 ਸਾਲ ਕੁਛ ਨਾ ਕੀਤਾ, ਸੀਬੀਆਈ ਨੂੰ ਦੇਤਾ, ਅੱਜ ਵੀ ਕਹੀ ਜਾਂਦੇ ਸੀਬੀਆਈ ਨੂੰ ਦੇ ਦਾਂਗੇ। ਉਹ ਸੀਬੀਆਈ ਜਿਹਨੇ ਬੇਅਦਬੀ ਮਾਮਲਿਆਂ ਦੇ ਵਿੱਚ ਲਿਆ ਕੇ ਕਲੋਜ਼ਰ ਰਿਪੋਰਟ ਪੇਸ਼ ਕਰਤੀ ਵੀ ਸਾਨੂੰ ਤਾਂ ਗਵਾਹੀ ਨਹੀਂ ਲੱਭਿਆ ਕੋਈ। ਜਦੋਂ ਬਾਅਦ ਦੇ ਵਿੱਚ ਕਾਂਗਰਸ ਸਰਕਾਰ ਨੇ ਇੱਕ ਇਹ ਨਵਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾ ਦਿੱਤਾ ਤਾਂ ਫਿਰ ਆ ਗਏ ਵੀ ਅਸੀਂ ਜਾਂਚ ਕਰਨ ਨੂੰ ਤਿਆਰ ਹਾਂ। ਜਦੋਂ ਪਹਿਲਾਂ ਤੋਂ ਜਾਂਚ ਨਹੀਂ ਹੋਈ ਤਾਂ ਨਵਿਆਂ ਤੁਹਾਡੇ ਜਾਂਚ ਚੋਂ ਕੀ ਲੱਭ ਸਕਦਾ ਸੀ? ਇਹਦੇ ਵਿੱਚ ਰਾਜਨੀਤੀ ਹੋਈ। ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਕਿਹਾ ਕਿ ਮੈਂ ਨਸ਼ਿਆਂ ਦਾ ਲੱਕ ਤੋੜਾਂਗਾ, ਨਸ਼ੇ ਬੰਦ ਕਰਾਂਗਾ 4 ਹਫ਼ਤਿਆਂ 'ਚ, ਔਰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਜੇ ਤੁਸੀਂ ਸਜ਼ਾਵਾਂ ਦੇਣੀਆਂ ਸੀ ਫਿਰ ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਉਹਦੀਆਂ ਲੱਭਤਾਂ ਦੇ ਉੱਤੇ ਜਾਂਚ ਕਰ ਲੈਂਦੇ, ਉਦੋਂ ਬਾਅਦ ਸਿੱਟ ਬਣਾਉਣ ਦੀ ਕੀ ਲੋੜ ਪੈ ਗਈ ਸੀ? ਪਰਚਾ ਤਾਂ ਪਹਿਲਾਂ ਦਰਜ ਹੋਇਆ ਵੀ ਸੀ। ਸੋ ਇਸ ਮੁੱਦੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਇਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਰਾਜਨੀਤੀ ਕੀਤੀ ਹੈ। ਉਹ ਡੇਰੇ ਵਾਲਾ ਜਿਹਨੇ ਬੇਅਦਬੀ ਕਰਾਈ ਉਹਨੂੰ ਇਹਨਾਂ ਨੇ ਬਿਨਾਂ ਮੰਗੇ ਮਾਫੀ ਦਿੱਤੀ। ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਸੈਕਟਰੀਏਟ ਦੇ ਵਿੱਚ ਉਹਦੀ ਹਿੰਦੀ ਦੀ ਲਿਖੀ ਚਿੱਠੀ ਵਿੱਚ
ਮਾਫੀਨਾਮਾ ਸ਼ਬਦ ਪਾਇਆ ਗਿਆ ਜਿਹੜਾ ਕਿ ਉਹਦੇ ਵੱਲੋਂ ਨਹੀਂ ਸੀ। ਜੀ ਜਥੇਦਾਰਾਂ ਨੂੰ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰੇ ਸੱਦ ਕੇ ਉਹ ਸਰਵਉੱਚ ਅਦਾਲਤ ਜਿਹੜੀ ਗੁਰੂ ਸਾਹਿਬ ਨੇ ਬਹੁਤ ਸਰਬ ਅਕਾਲ ਦਾ ਤਖਤ ਬਣਾਇਆ ਸੀ, ਉਹਨੂੰ ਇਹ ਦੁਨਿਆਵੀ ਲੋਕ ਪੈਰਾਂ 'ਚ ਮਧੋਲ ਕੇ ਆਪਣੇ ਘਰਾਂ 'ਚ ਬਹਿ ਕੇ ਹੁਕਮ ਦੇਣ ਲੱਗੇ, ਜਿਹਦਾ ਹੁਕਮ ਸਾਰੀ ਦੁਨੀਆ 'ਚ ਲਾਗੂ ਹੁੰਦਾ ਸੀ। ਜੀ ਜੇ ਇਹ ਦੁਰਦਸ਼ਾ ਅੱਜ ਅਸੀਂ ਕੀਤੀ ਹੈ, ਡੇਰਾਬਾਦ ਪੈਦਾ ਵੀ ਤਾਂ ਹੀ ਹੋਏ ਨੇ, ਇਹਨਾਂ ਰਾਜਸੀ ਆਗੂਆਂ ਨੇ ਕੀਤੇ ਨੇ। ਜੀ ਜੇ ਸਾਰੇ ਲੋਕਾਂ ਨੂੰ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ, ਉਹਨਾਂ ਨੂੰ ਦਰਕਾਰਿਆ, ਉਹਨਾਂ ਨੂੰ ਨਾਲ ਨਹੀਂ ਲਾਇਆ। ਜਦੋਂ ਆ ਸਰਸੇ ਵਾਲਾ ਕਾਂਡ ਵਾਪਰਿਆ, ਉਹਨੂੰ ਸਜ਼ਾ ਮਿਲੀ, ਉਦੋਂ ਬਾਅਦ ਜੇ ਕੋਈ ਦੁਬਾਰਾ ਸਿੱਖ ਪੰਥ ਦੇ ਵਿੱਚ ਸ਼ਾਮਲ ਹੋਣਾ ਚਾਹਿਆ, ਉਹਨਾਂ ਨੂੰ ਅਖੰਡ ਪਾਠ ਸਾਹਿਬ ਕਰਾਉਣ ਵਾਸਤੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨਹੀਂ ਦਿੱਤੇ। ਸੋ ਇਹ ਭਜਾਉਣ ਵਾਲੇ ਇਹ ਨੇ, ਹਾਲਾਤ ਪੈਦਾ ਕਰਨ ਵਾਲੇ ਇਹ ਨੇ। ਸੋ ਇਹਨਾਂ ਨੇ ਜਿਹੜੀ ਗੱਲਬਾਤ ਕੀਤੀ ਹੈ, ਅੱਜ ਕਹਿੰਦੇ ਆ ਕਿ ਉਹਦਾ ਕੱਖ ਨਾ ਰਹੇ। ਸੋ ਕੋਈ ਉਹ ਨਹੀਂ। ਇਹਨਾਂ ਨੇ ਵੀ ਜੇ ਹੁਣ ਸਰਕਾਰ 4.5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਸੌਂ ਕੇ ਲੰਘਾਤੇ, ਹੁਣ ਜਦੋਂ ਸਾਰਾ ਕੁਝ ਵਿਸਰ ਗਿਆ, ਹੁਣ ਬੀਜੇਪੀ ਦੇ ਨਾਲ ਲਾ ਕੇ ਨਵੀਂ ਖੇਡ ਖੇਡਦੇ ਫਿਰਦੇ ਆ। ਕਪਤਾਨ ਸਾਹਿਬ, ਪ੍ਰਮਾਤਮਾ ਨੇ ਤੁਹਾਨੂੰ ਸਾਰਾ ਕੁਝ ਦਿੱਤਾ ਸੀ, ਕਿਉਂਕਿ ਤੁਹਾਡੇ ਪਰਿਵਾਰ ਨੂੰ ਗੁਰੂ ਛੇਵੇਂ ਪਾਤਸ਼ਾਹ ਨੇ ਖਿਤਾਬ ਦਿੱਤਾ ਸੀ, ਤੇਰਾ ਘਰ ਮੇਰਾ ਆਸਾ ਹੈ। ਅੱਜ ਵੀ ਬਾਬਾ ਆਲਾ ਸਿੰਘ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆ ਕੇ ਉਹਨੇ ਮੋੜੀ ਗੱਡੀ ਪਟਿਆਲਾ ਵਸਾਇਆ। ਕਿਲ੍ਹਾ ਮੁਬਾਰਕ ਦੇ ਵਿੱਚ ਜੇ ਕਿਸੇ ਨੇ ਜਾ ਕੇ ਦੇਖਿਆ ਹੋਵੇ, ਜਾਂ 300 ਸਾਲ ਤੋਂ ਧੂਆਂ ਤੇ ਜੋਤ ਜਗ ਰਹੀ ਹੈ ਨਿਰੰਤਰ। ਲੋਕਾਂ 'ਚ ਚਰਚਾ ਹੈ, ਲੋਕਾਂ 'ਚ ਕਿ ਜੇ ਉਹ ਜੋਤ ਨੂੰ ਕੁਝ ਹੋ ਜਾਂਦਾ ਤਾਂ ਪਟਿਆਲਾ ਉੱਜੜ ਜਾਵੇਗਾ। ਅੱਜ ਵੀ ਸਤਿਕਾਰ ਹੁੰਦਾ, ਕਿੰਨੇ ਕੁ ਪਟਿਆਲਵੀਆਂ ਨੂੰ ਉਹਦੇ ਬਾਰੇ ਪਤਾ ਹੈ। ਅੱਜ ਜਦੋਂ ਸਾਰਾ ਕੁਝ ਉੱਜੜ ਗਿਆ, ਅੱਜ ਤੁਸੀਂ ਫੇਰ ਉਸ ਦੇ ਉੱਤੇ ਲੱਗੇ ਵੀ ਹੋ। ਇਸ ਤਰ੍ਹਾਂ ਦਾ ਕੰਮ ਨਾ ਕਰੋ। ਸੋ ਜਿਹੜਾ ਗੁਰੂ ਗ੍ਰੰਥ ਸਾਹਿਬ, ਇਹਨਾਂ ਨੇ ਵੀ ਹੁਣ ਸਮਾਂ ਲੰਘ ਗਿਆ। ਅੱਜ ਚੰਨੀ ਸਾਹਿਬ ਕਹਿੰਦੇ ਜ਼ਰੂਰ ਨੇ ਕਿ ਅਸੀਂ ਸਾਰਾ ਕੁਝ ਕਰ ਦਿਆਂਗੇ, ਤੁਸੀਂ ਕਹੋ ਨਾ, ਕਰਕੇ ਦਿਖਾਓ। ਜੇ ਕਰਕੇ ਦਿਖਾ ਦਿਓਗੇ ਤਾਂ ਲੋਕ ਤੁਹਾਡੇ ਨਾਲ ਨੇ। ਪਰ ਇਸ ਮਾਮਲੇ ਦੇ ਵਿੱਚ ਰਾਜਨੀਤੀ ਨਾ ਕੀਤੀ ਜਾਵੇ, ਸਗੋਂ ਜਿਹੜੇ ਬੰਦੇ ਦੋਸ਼ੀ ਸਾਬਤ ਹੋ ਚੁੱਕੇ ਨੇ ਉਹਨਾਂ ਨੂੰ ਅਦਾਲਤਾਂ ਦੇ ਕਟਹਿਰੇ ਵਿੱਚ ਲਿਜਾ ਕੇ ਪੇਸ਼ ਕੀਤਾ ਜਾਵੇ। ਔਰ ਜੋ ਤੁਸੀਂ ਕਿਹਾ, ਉਹ ਅਦਾਲਤਾਂ ਦੇ ਵਿੱਚ ਆਪਣੇ ਕੇਸ ਆ ਜਿਹੜੇ, ਉਹ ਫਿਰ ਆਪਣੇ ਵਕੀਲਾਂ ਰਾਹੀਂ ਉਹਨਾਂ ਨੂੰ ਸਫਲ ਕਰਾਇਆ ਜਾਵੇ, ਤਾਂ ਜੋ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਬੇਅਦਬੀ ਦਾ ਰਾਹ ਪੱਧਰਾ ਹੋਵੇ। ਜੀ ਐਵੇਂ ਜਿਵੇਂ ਨਸ਼ਿਆਂ ਦੇ ਮਾਮਲੇ ਦੇ ਵਿੱਚ। ਜੀ ਉਗਰਾਹਾਂ ਵੱਲੋਂ ਬਿਆਨ ਦਿੱਤਾ ਜਾਂਦਾ, ਉਹਨਾਂ ਦਾ ਕਹਿਣਾ ਕਿ ਜਿਹੜੇ ਕਿਸਾਨ ਨੇ ਹੁਣ ਉਹਨਾਂ ਨੂੰ ਚੋਣਾਂ ਲੜਨ ਤੋਂ ਜਿਹੜਾ ਕਿ ਰੋਕਿਆ ਨਹੀਂ ਜਾ ਸਕਦਾ। ਪਰ ਅਸੀਂ ਇੱਥੇ ਸਵਾਲ ਇਸ ਤੇ ਗੱਲ ਕਰਦੇ ਹਾਂ ਕਿ ਠੀਕ ਹੈ, ਚੋਣਾਂ ਦੇ ਵਿੱਚ ਖੜੇ ਹੋਣਗੇ, ਅਧਿਕਾਰ ਹੁੰਦਾ ਉਹ ਚੋਣਾਂ ਵੋਟਾਂ 'ਚ ਆਪਣਾ ਜਿਹੜਾ ਕਿ ਕਿਸਮਤ ਅਜਮਾ ਸਕਦੇ ਨੇ। ਪਰ ਜਿਸ ਤਰੀਕੇ ਨਾਲ ਜਿਹੜੇ ਲੋਕ ਨੇ, ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਜਿਹੜੇ ਕਾਂਗਰਸੀ ਕੱਟੜ ਹੁੰਦੇ ਨੇ, ਉਹ ਸੋਚਦੇ ਅਸੀਂ ਕਾਂਗਰਸੀ ਨੂੰ ਹੀ ਵੋਟਾਂ ਪਾਉਣੀਆਂ ਨੇ। ਤੇ ਐਵੇਂ ਹੀ ਅਕਾਲੀ ਦਲ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਅਕਾਲੀ ਦਲ ਦੇ ਜਿਹੜੇ ਕੱਟੜ ਹੁੰਦੇ ਨੇ, ਉਹ ਕਹਿੰਦੇ ਵੀ ਅਸੀਂ ਅਕਾਲੀ ਦਲ ਨੂੰ ਹੀ ਵੋਟਾਂ ਪਾਉਣੀਆਂ ਨੇ। ਪਰ ਕੀ ਲੱਗਦਾ ਵੀ ਜਿਹੜੇ ਹੁਣ ਕਿਸਾਨ ਆਗੂ ਜਿਹੜੇ ਕਿ ਪੰਜਾਬ ਦੇ ਵਿੱਚ ਆਪਣੀ ਕਿਸਮਤ ਅਜਮਾਉਣ ਜਾ ਰਹੇ ਨੇ, ਜਿਸ ਤਰੀਕੇ ਨਾਲ ਕਿਸਾਨੀ ਸੰਘਰਸ਼ ਦੇ ਵਿੱਚ ਉਹਨਾਂ ਨੂੰ ਭਰਮਾ ਹੁੰਗਾਰਾ ਮਿਲਿਆ, ਹਰ ਇੱਕ ਵਰਗ ਦੇ ਵੱਲੋਂ ਸਾਥ ਮਿਲਿਆ, ਕੀ ਲੱਗਦਾ ਕਿ ਪੰਜਾਬ ਦੇ ਵਿੱਚ ਵੋਟਾਂ ਦੇ ਵਿੱਚ ਉਹਨਾਂ ਦਾ ਸਾਥ ਜਿਹੜਾ ਕਿ ਉਹਨੂੰ ਦਿੱਤਾ ਜਾਊਗਾ? ਰੀਨਾ, 2-2.5 ਦਹਾਕਿਆਂ ਤੋਂ ਬਾਅਦ ਇੱਕ ਬਦਲਾਅ ਹੁੰਦਾ ਹੈ। ਜੀ 2014 ਦੇ ਵਿੱਚ ਉਹ ਬਦਲਾਅ ਸ਼ੁਰੂ ਹੋ ਗਿਆ ਸੀ। ਉਹਨੂੰ ਆਮ ਆਦਮੀ ਪਾਰਟੀ ਉਸ ਬਦਲਾਅ ਦੇ ਹੜ ਨੂੰ ਉਹਦੇ ਵਿੱਚ ਬਹਿ ਕੇ ਤੈਰ ਨਾ ਸਕੀ। ਜੀ 1999 ਦੇ ਵਿੱਚ ਕੌਣ ਜਾਣਦਾ ਸੀ ਕਿ ਜਿਹੜੀਆਂ ਬਹੁ ਗਿਣਤੀ ਸੀਟਾਂ ਨੇ ਉਹ ਸਿਮਰਨਜੀਤ ਸਿੰਘ ਮਾਨ ਤੇ ਉਹਦੇ ਸਮਰਥਕ ਜਿੱਤ ਜਾਣਗੇ। ਭਾਜਪਾ ਤਾਂ ਅਕਾਲੀ ਬਾਦਲ ਦਲ, ਇਹ ਸਾਰੇ ਟੌੜਾ ਦਲ ਸਭ ਖਤਮ ਕਰ ਦਿੱਤੇ ਗਏ ਸੀ। ਜੀ ਜੇਲ੍ਹਾਂ 'ਚ ਬੈਠਿਆਂ ਨੂੰ, ਇਹਨਾਂ ਨੂੰ ਭਾਵੇਂ ਤਿੰਦਰਪਾਲ ਸਿੰਘ ਸੀ, ਭਾਵੇਂ ਧਿਆਨ ਸਿੰਘ ਮੰਡ ਸੀ, ਜਾਂ ਸਿਮਰਨਜੀਤ ਸਿੰਘ ਮਾਨ ਸੀ, ਇਹਨਾਂ ਸਾਰਿਆਂ ਨੂੰ ਜਿਤਾ ਦਿੱਤਾ ਗਿਆ ਸੀ। ਪਰ ਮਾਨ ਸਾਹਿਬ ਉਦੋਂ ਸਿਆਸੀ ਨਹੀਂ ਸੀ। ਉਹ ਕਿਰਪਾਨ ਲੈ ਕੇ ਬਹਿ ਗਏ, ਪਾਰਲੀਮੈਂਟ ਦੇ ਬਾਹਰ ਵੀ ਵੱਡੀ ਕਿਰਪਾਨ ਲੈ ਕੇ ਜਾਣੀ ਹੈ। ਉੱਥੇ ਕੋਈ ਤੁਸੀਂ ਗੱਤਕਾ ਨਹੀਂ ਖੇਡਣਾ ਸੀ, ਉੱਥੇ ਗੱਤਕਾ ਖੇਡਣਾ ਸੀ ਵਿਚਾਰਾਂ ਦਾ, ਉੱਥੇ ਗੱਤਕਾ ਖੇਡਣਾ ਸੀ ਆਪਦੀ ਸੋਚ ਦਾ, ਉੱਥੇ ਗੱਤਕਾ ਖੇਡਣਾ ਸੀ ਜਿਹੜੇ ਤੁਸੀਂ ਲਾਗੂ ਕਰਨਾ ਚਾਹੁੰਦੇ ਹੋ ਪੰਜਾਬ ਦਾ ਏਜੰਡਾ, ਉਹ ਤੁਸੀਂ ਕਰ ਨਾ ਸਕੇ, ਖੁੰਝ ਗਏ। ਤੇ ਮਾਨ ਸਾਹਿਬ 3 ਦਹਾਕੇ ਹੋ ਗਏ ਬਾਹਰ ਤੁਰੇ ਫਿਰਦੇ ਆ, ਉਹ ਗੱਲਬਾਤ ਦੇ ਵਿੱਚ ਨਹੀਂ ਆਇਆ। ਸੋ ਹੁਣ ਵੀ ਲੋਕਾਂ ਦਾ ਕਿਸਾਨਾਂ ਪ੍ਰਤੀ ਰੁਝਾਨ ਹੈ। ਇਸ ਸਟੇਜ ਦੇ ਉੱਤੇ ਕਿਸਾਨਾਂ ਨੂੰ ਵੋਟਾਂ ਪੈ ਜਾਣਗੀਆਂ, ਜਿਵੇਂ ਪੱਛਮੀ ਬੰਗਾਲ ਚ ਪਈਆਂ, ਗੁਰੂ ਹਰਗੋਬਿੰਦ ਵਰਗੇ ਨਗਰ ਕੌਂਸਲ ਦੀਆਂ ਪਈਆਂ। ਆਜ਼ਾਦ ਉਮੀਦਵਾਰ ਜਿਨ੍ਹਾਂ ਕੋਲ ਟਰੈਕਟਰ ਸੀ ਉਹ ਜਿੱਤ ਗਏ। ਯੂਪੀ ਦੇ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ, ਪੰਚਾਇਤ ਸੰਮਤੀ ਦੀਆਂ ਚੋਣਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਉਹ ਵੀ ਆਜ਼ਾਦ
ਟਰੈਕਟਰ ਚੋਣ ਨਿਸ਼ਾਨ ਵਾਲੇ ਜਿੱਤ ਗਏ, ਇਹਦਾ ਮਤਲਬ ਪੱਛਮੀ ਬੰਗਾਲ ਦੇ ਵਿੱਚ ਕਿਸਾਨਾਂ ਦੀ ਚਿੱਠੀ ਨੇ ਭਮੀਰੀ ਘਮਾਤੀ। ਇਹਦਾ ਮਤਲਬ ਲੋਕ ਕਿਸਾਨਾਂ ਦੀ ਗੱਲ ਸੁਣਨਾ ਚਾਹੁੰਦੇ ਆ, ਲੋਕ ਕਿਸਾਨਾਂ ਦੀ ਗੱਲ ਦੇ ਵਿੱਚ ਜਾਣਾ ਚਾਹੁੰਦੇ ਆ। ਸੋ ਜੇ ਇਹ ਕਿਸਾਨਾਂ ਪ੍ਰਤੀ ਸੰਸੀਅਰ ਟੀ ਦੇ ਨਾਲ ਉਮੀਦਵਾਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕ ਕਰ ਦੇਣ, ਜਿਵੇਂ ਅੱਜ ਚਰੂਨੀ ਸਾਹਿਬ ਇੱਕ ਰਾਗ ਅਲਾਪ ਰਹੇ ਨੇ ਹਰਿਆਣੇ 'ਚੋਂ ਆ ਕੇ ਪੰਜਾਬ ਦੇ ਵਿੱਚ, ਲੋਕ ਚਾਹੁੰਦੇ ਨੇ ਕਿ ਕਿਸਾਨ ਮੋਰਚਾ ਜੇ ਚੋਣਾਂ ਲੜੇ ਤਾਂ ਇਕੱਠਾ ਲੜੇ ਜੀ। ਸਾਰੀਆਂ ਜਥੇਬੰਦੀਆਂ ਦਾ ਇੱਕ ਉਮੀਦਵਾਰ ਹੋਵੇ। ਜੇ ਤੁਸੀਂ 15 ਉਮੀਦਵਾਰ ਤੁਸੀਂ ਖੜੇ ਕਰਤੇ, ਫਿਰ ਇਹ 76 ਸਿਆਸਤਦਾਨਾਂ ਨੇ ਤੁਹਾਨੂੰ ਹਰਾ ਲੈਣਾ ਹੈ। ਅਦਰਵਾਈਜ਼ ਜਿਵੇਂ ਲੋਕ ਅੱਜ ਤੁਹਾਡੇ ਪਿੱਛੇ ਲੱਗੇ ਹੋਏ ਨੇ, ਤੁਹਾਡੇ ਇੱਕ ਸੱਦੇ ਦੇ ਉੱਤੇ ਲੱਖਾਂ ਦਾ ਇਕੱਠ ਹੋ ਜਾਂਦਾ ਹੈਗਾ, ਤਾਂ ਤੁਸੀਂ ਵੀ ਚੋਣਾਂ ਦੇ ਵਿੱਚ ਜਾ ਕੇ ਜਿਹੜਾ ਇਹ ਗੰਦ ਪਿਆ ਹੋਇਆ ਇਹਨੂੰ ਸਾਫ਼ ਆਪਦਾ ਜਿੰਦਰਾ ਚੱਕੋ, ਕਰਾ ਲਾਓ ਤੇ ਗੰਦਗੀ ਨੂੰ ਪੰਜਾਬ ਦੇ ਵਿੱਚੋਂ, ਤੇ ਪਹਿਲਾਂ ਪੰਜਾਬ ਯੂਪੀ ਚੋਂ ਦੂਰ ਕਰੋ, ਬਾਅਦ ਦੇ ਵਿੱਚ 2024 ਦੇ ਵਿੱਚ ਫਿਰ ਦੇਸ਼ ਚੋਂ ਵੀ ਬਾਹਰ ਕੱਢ ਦਿਓ। ਜੀ ਢਿੱਲੋਂ ਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਕਿ ਲਗਾਤਾਰ ਪੰਜਾਬ ਦੇ ਦੌਰੇ ਤੇ ਨੇ, ਉਹਨਾਂ ਵੱਲੋਂ ਦੌਰੇ ਕੀਤੇ ਜਾ ਰਹੇ ਨੇ, ਆਪਣੀਆਂ ਗਰੰਟੀਆਂ ਦਿੱਤੀਆਂ ਜਾ ਰਹੀਆਂ ਨੇ, ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਜਾ ਰਹੀਆਂ ਤੇ ਮੁਸ਼ਕਲਾਂ ਦਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਜਾ ਰਿਹਾ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜਦੋਂ ਪਹਿਲਾਂ ਮਤਲਬ ਕਿ ਜੋ ਨਵੀਂ ਪਾਰਟੀ ਹੋਂਦ ਦੇ ਵਿੱਚ ਆਏ ਸੀ, ਉਹਨਾਂ ਨੇ ਪੰਜਾਬ ਦੇ ਵਿੱਚ ਆਪਣੀ ਕਿਸਮਤ ਅਜਮਾਈ, ਕਾਫੀ ਉਹਨਾਂ ਵੱਲੋਂ ਜ਼ੋਰ ਲਗਾਇਆ ਗਿਆ, ਇੱਥੋਂ ਤੱਕ ਕਿ ਲੀਡਰ ਵੀ ਬਹੁਤ ਵਧੀਆ ਸੀ ਜਿਹੜੇ ਉਹਨਾਂ ਕੋਲ, ਜਿਨ੍ਹਾਂ ਨੇ ਆਪਣੀ ਕਿਸਮਤ ਅਜਮਾਈ ਸੀ। ਪਰ ਜਿਹੜੀਆਂ ਹੁਣ ਉਹਨਾਂ ਦੇ ਵੱਲੋਂ ਹਾਲ ਹੀ ਦੇ ਵਿੱਚ ਗਰੰਟੀਆਂ ਦਿੱਤੀਆਂ ਜਾ ਰਹੀਆਂ ਨੇ, ਕੀ ਲੱਗਦਾ ਕਿ ਇਹਨਾਂ ਗਰੰਟੀਆਂ ਦੇ ਆਧਾਰ ਤੇ ਉਹ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਲੈਣਗੇ? ਦੇਖੋ, ਹਰ ਬੰਦੇ ਦਾ ਹੱਕ ਹੈਗਾ ਕਿ ਉਹ ਗਰੰਟੀਆਂ ਦੇਵੇ ਜਾਂ ਗਰੰਟੇ ਦੇਵੇ ਜੀ। ਜਿਸ ਤਰ੍ਹਾਂ ਦੂਜੇ ਕੇਜਰੀਵਾਲ ਸਾਹਿਬ ਕਹਿ ਰਹੇ ਨੇ, ਉਹ ਕਹਿੰਦੇ 1000 ਰੁਪਇਆ ਔਰਤਾਂ ਨੂੰ ਦੇਵਾਂਗੇ, ਦੂਜੇ ਤੰਜ ਕੱਸਦੇ ਵੀ ਪਹਿਲਾਂ ਦਿੱਲੀ 'ਚ ਦੇ ਦਿਓ, ਬਾਅਦ ਦੇ ਵਿੱਚ ਇੱਥੇ ਆ ਕੇ ਦੇ ਦਿਓ। ਹੁਣ ਜਿਹੜਾ ਉਹਨਾਂ ਨੇ ਕਿਹਾ ਕਿ ਮੈਂ ਖੇਡ ਯੂਨੀਵਰਸਿਟੀ ਜਲੰਧਰ 'ਚ ਬਣਾਵਾਂਗਾ, ਅਮਰਿੰਦਰ ਸਿੰਘ ਦੀ ਖੇਡ ਯੂਨੀਵਰਸਿਟੀ ਪਟਿਆਲਾ 'ਚ ਬਣ ਰਹੀ ਹੈ ਜੀ, NIS ਇੱਥੇ ਹੈਗਾ, ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਜੀ। ਸੋ ਇਹ ਸਾਰੀਆਂ ਗੱਲਾਂ ਕਹਿਣ ਦੀਆਂ ਨੇ, ਪਰ ਮੇਰਾ ਖਿਆਲ ਹੈ ਕਿ ਜੇ ਕੇਜਰੀਵਾਲ ਸਾਹਿਬ ਪੰਜਾਬ ਦੀ ਧਰਾਤਲ ਬਾਰੇ ਸੋਚ ਕੇ ਗੱਲ ਕਰਨ, ਜਾਂ ਪੰਜਾਬ ਦੇ ਵਿੱਚ ਇੱਕ ਥਿੰਕ ਟੈਂਕ ਬਣਾਉਣ, ਜਿਹੜਾ ਥਿੰਕ ਟੈਂਕ ਉਹਨਾਂ ਨੂੰ ਪੰਜਾਬ ਦੇ ਹਾਲਾਤਾਂ ਤੋਂ, ਪੰਜਾਬ ਦੀਆਂ ਗੱਲਾਂ ਤੋਂ, ਪੰਜਾਬ ਦੀਆਂ ਮੰਗਾਂ ਤੋਂ, ਪੰਜਾਬ ਦੇ ਵਿੱਚ ਚਾਹੀਦਾ ਕੀ ਹੈ ਉਹਦੇ ਬਾਰੇ ਦੱਸਣ, ਮੇਰਾ ਖਿਆਲ ਉਹ ਜ਼ਿਆਦਾ ਵਧੀਆ ਹੋ ਸਕਦਾ ਹੈ। ਨਾਲ ਹੀ ਪੰਜਾਬ ਦੇ ਕੁਝ ਲੋਕਾਂ ਦੇ ਵਿੱਚੋਂ ਉਹ ਇੱਕ ਟੀਮ ਚੁਣਨ ਜਿਹੜੀ ਉਹਨਾਂ ਨੂੰ ਭਵਿੱਖ ਦੀ ਰਾਜਨੀਤੀ ਦੱਸੇ। ਦਿੱਲੀ ਦੀ ਰਾਜਨੀਤੀ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੈਗਾ। ਦਿੱਲੀ ਦੇ ਵਿੱਚ ਤਾਂ ਸਾਰੀਆਂ ਪਾਵਰਾਂ ਜਿਹੜੀਆਂ ਨੇ ਉਹ ਜਿਹੜਾ ਲੈਫਟੀਨੈਂਟ ਗਵਰਨਰ ਹੈ ਉਹਦੇ ਕੋਲ ਨੇ, ਇੱਥੇ ਸਥਿਤੀ ਹੋਰ ਹੈ। ਪਿਛਲੀ ਵਾਰੀ ਵੀ ਇਹਨਾਂ ਦਾ ਕੰਮ ਬਣਦਾ ਇਹਨਾਂ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੇੜਾ ਗਰਕ ਕਰਤਾ ਸੀ, ਇੱਕ ਬਿਆਨ ਦੇ ਕੇ ਵੀ ਕੇਜਰੀਵਾਲ ਵੀ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ। ਇਹ ਵੀ ਚਰਚਾ ਚੱਲਦੀ ਹੈ ਕਿ ਉਹਨਾਂ ਦੀ ਘਰ ਵਾਲੀ ਦੀ ਵੋਟ ਪੰਜਾਬ ਦੇ ਇੱਕ ਸ਼ਹਿਰ ਦੇ ਵਿੱਚ ਕਟਾ ਕੇ ਬਣਾ ਲਈ ਗਈ ਹੈ, ਉਹਦਾ ਸਪਸ਼ਟੀਕਰਨ ਅਜੇ ਤੱਕ ਕੇਜਰੀਵਾਲ ਸਾਹਿਬ ਨੇ ਨਹੀਂ ਦਿੱਤਾ। ਚੰਗਾ ਹੋਵੇ ਕਿ ਉਹ ਇਹਦੇ ਬਾਰੇ ਵੀ ਆਪਦਾ ਸਪਸ਼ਟੀਕਰਨ ਦੇਣ। ਇਸ ਵੇਲੇ ਸਿਆਸੀ ਮੈਦਾਨ ਭਖਿਆ ਹੋਇਆ ਹੈ, ਆਪਦੀ ਹਰ ਬੰਦਾ ਆਪਦੀ ਗੱਲ ਕਰ ਰਿਹਾ ਹੈ। ਉਹ ਸਿਰਫ ਇਸੇ ਗੱਲ ਦਾ ਲਾਹਾ ਉਠਾਉਣ ਨੂੰ ਫਿਰਦੇ ਹੈ ਕਿ ਕਈ ਦਹਾਕਿਆਂ ਤੋਂ ਪੰਜਾਬ ਦੀ ਜਨਤਾ ਜਿਹੜੀ ਅਕਾਲੀ ਭਾਜਪਾ ਦੇ ਜਾਂ ਕਾਂਗਰਸ ਦੇ ਵਿੱਚ ਉਲਝੀ ਹੋਈ ਹੈ, ਉਹ ਸਿਰਫ ਇਸੇ ਗੱਲ ਦਾ ਫਾਇਦਾ ਉਠਾ ਰਹੇ ਨੇ ਕਿ ਕਿਤੇ ਲੋਕ ਇਹਨਾਂ ਤੋਂ ਪਾਸੇ ਹੋ ਕੇ ਤੀਜੀ ਧਿਰ ਨੂੰ ਅਪਣਾ ਲੈਂਦੇ ਹੋਣ। ਜੀ ਢਿੱਲੋਂ ਜੀ, ਦੇਖਿਆ ਜਾ ਰਿਹਾ ਕਿ ਲਗਾਤਾਰ ਧਰਨੇ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਜਾਰੀ ਹੈ। ਕੱਚੇ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਧਰਨੇ ਲਗਾਏ ਜਾ ਰਹੇ ਨੇ, ਤੇ ਉਹਨਾਂ ਦੇ ਵਿੱਚ ਹੀ ਬੈਂਕ ਜਿਹੜੇ ਮੁਲਾਜ਼ਮ ਸੀ ਉਹਨਾਂ ਵੱਲੋਂ ਵੀ ਜਿਹੜੇ ਕਿ ਨਿੱਜੀਕਰਨ ਨੂੰ ਲੈ ਕੇ 2 ਦਿਨ ਦੀ ਹੜਤਾਲ ਕੀਤੀ ਗਈ ਸੀ। ਕੀ ਲੱਗਦਾ ਇਹਨਾਂ ਦੀਆਂ ਮੰਗਾਂ ਵੱਲ ਸਰਕਾਰਾਂ ਕਿਉਂ ਨਹੀਂ ਧਿਆਨ ਦੇ ਰਹੀਆਂ? ਦੇਖੋ, ਬੈਂਕ ਵਾਲੇ ਬਹੁਤ ਲੰਬੇ ਸਮੇਂ ਤੋਂ ਧਰਨੇ ਦੇ ਰਹੇ ਨੇ। ਇਹਨਾਂ ਸਰਕਾਰਾਂ ਨੇ ਬਹੁਤ ਸਾਰੇ ਛੋਟੇ ਬੈਂਕਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਰਲੇਵੇਂ ਕਰਤੇ ਆ। ਕਦੇ ਕਹਿੰਦੇ ਨੇ ਕਿ ਜੇ ਤੁਹਾਡਾ 20 ਲੱਖ ਜਮ੍ਹਾਂ ਹੈ ਤਾਂ 5 ਲੱਖ ਤੁਹਾਨੂੰ ਘੱਟੋ ਘੱਟ ਜ਼ਰੂਰ ਮਿਲ ਜਾਵੇਗਾ। NPA ਲਗਾਤਾਰ ਬੈਂਕਾਂ ਦਾ ਵੱਧਦਾ ਜਾ ਰਿਹਾ ਹੈਗਾ। ਨਾਨ ਪਰਫਾਰਮੈਂਸ ਜਿਹੜੇ ਅਸੈਟਸ ਨੇ, ਉਹਨਾਂ ਨੇ ਕਈ ਤਰ੍ਹਾਂ ਦੇ ਮੁੱਦੇ ਉਠਾਏ ਨੇ, RBI ਦੇ ਉੱਤੇ ਮੁੱਦੇ ਵੀ ਉਠਾਏ ਨੇ, ਹੋਰ ਥਾਵਾਂ ਦੇ ਉੱਤੇ ਮੁੱਦੇ ਵੀ ਉਠਾਏ ਨੇ। ਸੋ ਇਸ ਵੇਲੇ ਜਿਹੜੀ ਸਥਿਤੀ ਬਣ ਚੁੱਕੀ ਹੈ, ਉਹ ਸਥਿਤੀ ਦੇ ਮੁਤਾਬਕ ਉਹਨਾਂ ਦੀਆਂ ਕਾਫੀ ਮੰਗਾਂ ਨੇ। ਆਲ ਇੰਡੀਆ ਬੈਂਕ EMPLOYEES ਐਸੋਸੀਏਸ਼ਨ, ਆਲ ਇੰਡੀਆ ਬੈਂਕ ਆਫਿਸਰਜ਼ ਐਸੋਸੀਏਸ਼ਨ, ਇਹਨਾਂ ਨੇ ਰਲ ਕੇ 2 ਦਿਨਾਂ ਧਰਨੇ ਦਿੱਤੇ, 2 ਦਿਨਾਂ ਹੜਤਾਲ ਕੀਤੀ। ਇਹਦਾ ਬਹੁਤ ਵੱਡਾ ਅਸਰ ਪਿਆ, ਲੋਕਾਂ ਨੂੰ ਵੀ ਤਕਲੀਫ ਉਠਾਉਣੀ ਪਈ, ਪਰ ਉਹਨਾਂ ਨੇ ਪਹਿਲਾਂ ਸੱਦਾ ਦਿੱਤਾ ਸੀ, ਜਿਹਦੇ ਕਰਕੇ ਲੋਕਾਂ ਨੂੰ ਅੱਜ ਕੱਲ੍ਹ ਥੋੜ੍ਹਾ ਜਿਹਾ ਇਸ ਗੱਲ ਕਰਕੇ ਬਚ ਜਾਂਦਾ ਕਿ ATM ਦੇ ਜ਼ਰੀਏ ਲੋਕ ਆਪਣਾ ਲੈਣ ਦੇਣ ਕਰ ਲੈਂਦੇ। ਜੀ ਚੋਣ ਕਮਿਸ਼ਨ ਦੇ ਵੱਲੋਂ ਵੀ ਲਗਾਤਾਰ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ 2022 ਦੀਆਂ ਚੋਣਾਂ ਨੂੰ ਲੈ ਕੇ, ਜਿੱਥੇ ਸਿਆਸੀ ਖਾੜਾ ਭਖਿਆ ਹੋਇਆ ਉਸ ਨੂੰ ਲੈ ਕੇ ਚੋਣ ਕਮਿਸ਼ਨ ਵੀ ਕਾਫੀ ਸਰਗਰਮ ਨਜ਼ਰ ਆ ਰਹੇ ਨੇ। ਉਹਨਾਂ ਵੱਲੋਂ ਸਖਤ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ।
ਦੇਖੋ ਚੋਣ ਕਮਿਸ਼ਨ ਨੇ ਤਕਰੀਬਨ ਜਿਨ੍ਹਾਂ ਰਾਜਾਂ ਦੇ ਵਿੱਚ ਇਹ ਹੋ ਰਿਹਾ ਵੋਟਾਂ ਪੈ ਰਹੀਆਂ ਨੇ ਉੱਥੇ ਉਹ ਦੌਰੇ ਕਰਦੇ ਨੇ। ਜੀ। ਪੰਜਾਬ ਦੇ ਵਿੱਚ ਵੀ ਆਏ ਹੈ, ਸਮੁੱਚੇ ਪੰਜਾਬ ਦੇ ਵਿੱਚ ਉਹ ਗੇੜਾ ਦੇ ਕੇ ਗਏ ਨੇ। ਇੱਕ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਪਹਿਲੇ ਹਫ਼ਤੇ ਜਨਵਰੀ ਦੇ ਪੰਜਾਬ ਵਿੱਚ ਤੇ ਬਾਕੀ ਰਾਜਾਂ ਦੇ ਵਿੱਚ ਚੋਣ ਜ਼ਾਬਤਾ ਲੱਗ ਸਕਦਾ ਹੈ। ਉਹਨਾਂ ਦੀ ਗੱਲਬਾਤ 'ਚ ਇੱਕ ਗੱਲ ਇਹ ਨਿਕਲ ਕੇ ਵੀ ਆਈ ਹੈ ਕਿ ਯੂਪੀ ਦੇ ਵਿੱਚ 7 ਪੜਾਵਾਂ 'ਚ ਚੋਣਾਂ ਹੋਣੀਆਂ ਨੇ, ਪੰਜਾਬ ਦੀਆਂ ਤਾਂ ਇੱਕੋ ਪੜਾਅ 'ਚ ਹੋ ਜਾਂਦੀਆਂ ਨੇ, ਬਾਕੀ ਸਾਰੇ ਰਾਜ ਇੱਕੋ ਪੜਾਅ 'ਚ ਹੋਣਗੇ। ਇਕੱਲਾ ਯੂਪੀ ਹੈ ਜਿਹੜੇ 7 ਪੜਾਵਾਂ 'ਚ ਹੋਣਗੇ। ਮੇਰਾ ਖਿਆਲ ਹੈ ਕਿ ਉਹਨਾਂ ਦੇ 7 ਪੜਾਵਾਂ ਦੇ ਨਾਲ ਜਿਹੜੇ ਬਾਕੀ 4 ਰਾਜ ਹੈ ਉਹਨਾਂ ਦਾ ਇੱਕ ਪੜਾਅ ਨਾਲ ਜੋੜ ਦਿੱਤਾ ਜਾਵੇਗਾ ਤੇ ਉਹ ਚੋਣਾਂ ਹੋਣਗੀਆਂ। ਹਦਾਇਤਾਂ ਦੇਤੀਆਂ ਨੇ ਕੀ ਨਿਰਪੱਖਤਾ ਨਾਲ ਚੋਣਾਂ ਹੋਣਗੀਆਂ ਕਿ ਅਜੇ ਤੱਕ ਚੋਣ ਕਮਿਸ਼ਨ ਨੂੰ ਇਹ ਨਹੀਂ ਪਤਾ ਲੱਗਿਆ, ਅੱਖਾਂ ਤੇ ਪੱਟੀ ਬੰਨੀ ਹੈ ਕਿ ਪਿਛਲੇ ਸਮੇਂ ਦੌਰਾਨ ਜਿਹੜੀਆਂ ਦਰਖਾਸਤਾਂ ਉਹਨਾਂ ਕੋਲ ਗਈਆਂ ਉਹਨਾਂ ਦਾ ਕਿੰਨਾ ਪੂਰਾ ਨਿਪਟਾਰੇ ਕਰ ਦਿੱਤੇ ਨੇ। ਇਹ ਸਾਰਾ ਸਭ ਦੇ ਸਾਹਮਣੇ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਰੀਨਾ ਕਿ ਚੋਣ ਕਮਿਸ਼ਨ ਆਇਆ, ਪਰ ਚੋਣ ਕਮਿਸ਼ਨ TN ਸੈਸ਼ਨ ਵਾਂਗੂ ਕੰਮ ਕਰਕੇ ਦਿਖਾਵੇ। ਐਵੇਂ ਗੱਲਾਂ ਬਾਤਾਂ ਦਾ ਕੜਾਹ ਨਾ ਬਣਾਵੇ। ਵੱਡਿਆਂ ਵਾਸਤੇ ਹੋ ਰਿਹਾ, ਛੋਟਿਆਂ ਵਾਸਤੇ ਹੋ ਰਿਹਾ। ਜਿਹੜੀ ਹੁਕਮਰਾਨ ਧਿਰ ਹੈ ਕੇਂਦਰ ਦੇ ਵਿੱਚ ਉਹ ਸਾਰਾ ਕੁਝ ਉਹਨਾਂ ਦੀਆਂ ਹਦਾਇਤਾਂ ਤੇ ਹੁੰਦਾ। ਚੋਣ ਕਮਿਸ਼ਨ ਜਿੱਦਣ ਚੋਣ ਕਮਿਸ਼ਨ ਵਾਂਗ ਕੰਮ ਕਰਨ ਲੱਗ ਗਿਆ ਔਰ ਇਹਨਾਂ ਦੇ ਚੋਣ ਮਨੋਰਥ ਪੱਤਰਾਂ ਨੂੰ ਕਾਨੂੰਨੀ ਜਾਮਾ ਪਹਿਨਾ ਦਿੱਤਾ, ਉਦੋਂ ਤੋਂ ਬਾਅਦ ਬਹੁਤ ਸਾਰੇ ਜਿਹੜੇ ਗਪੌੜ ਸੰਖੇ ਮਾਰਦੇ ਨੇ ਚੋਣ ਮਨੋਰਥ ਪੱਤਰਾਂ 'ਚ ਉਹ ਖਤਮ ਹੋ ਜਾਣ। ਜੀ ਢਿੱਲੋਂ ਜੀ, ਸੋ ਤਾਂ ਦੇਖਣਾ ਹੋਵੇਗਾ ਕਿ ਆਖਿਰਕਾਰ ਇਸ ਵਾਰ ਜਿਹੜੀਆਂ ਚੋਣਾਂ ਨੇ ਉਹ ਕਿੰਨੇ ਕੁ ਸਾਫ਼ ਸੁਥਰੇ ਤਰੀਕੇ ਨਾਲ ਹੁੰਦੀਆਂ ਨੇ। ਸੋ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਜਿਹੜੀਆਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ ਜਿਹਨੇ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।